उसी के दोस्तों ने वालिदा ਤੇ ਗਿਆ ਦਾ ਸੀ ਕੰਮ ਤੋਂ ਘਰ ਆਇਆ ਸੀ। ਉਹਨੂੰ ਫੋਨ ਆਇਆ ਮੇਰੇ ਬੇਟੇ ਨੂੰ ਵੀ ਆਹ ਗੱਲ ਸੁਣਨ ਗਿਆ ਤੇ ਉਹਨੂੰ ਫਿਰ ਕਹਿੰਦੇ ਨੇ 10 ਮਿੰਟ 'ਚ ਆਪਣੇ ਦੋਸਤਾਂ ਦੇ ਬਾਅਦ ਉਹਨਾਂ ਦੋਸਤਾਂ ਨੇ ਉਹਨੂੰ ਘਰ ਨਹੀਂ ਆਉਣ ਦਿੱਤਾ। ਫਿਰ ਮੈਂ ਉਹਨੂੰ ਫੋਨ ਕਰਦੀ ਰਹੀ ਹਾਂ, ਮੈਂ ਘਰ ਆ ਕੇ ਉਹਨੂੰ ये वो जगह है, इस जगह पे नीचे फेंक RNN डिजिटल मीडिया की वीडियोस देखने के लिए हमारे चैनल को सब्सक्राइब कीजिए और बेल के आइकन पर क्लिक कीजिए ताकि आप हमारी आने वाली तमाम वीडियो से बाखबर रह सकें। बिस्मिल्लाहिर्रहमानिर्रहीम। अस्सलाम वालेकुम नाज़रीन, आप देख रहे हैं RNN डिजिटल मीडिया और मैं हूं आपका मेज़बान सलमान मुग़ल। नाज़रीन, इस समय मैं मौजूद हूं सियालकोट के इलाका शताबगढ़ा में, जहां पे एक नहायत ही नाखुशगवार वाक़या पेश आया है। जुल्म हुआ है, एक 16-17 साल के बच्चे को बड़ी बेदर्दी के साथ कत्ल कर दिया गया उसी के दोस्तों ने। इसके पीछे क्या वजूहात हैं? मेरे साथ मौजूद हैं उस बच्चे की वालिदा, उस बच्चे की बहन और उस बच्चे के मामू। और नाज़रीन, एक बात बताता चलूँ कि वो बच्चा बिन बाप का बच्चा था, यतीम बच्चा था और अपनी वालिदा का इकलौता सहारा था और अपनी बहनों के सर पे हाथ रखने वाला बच्चा था। वो छोटी सी उम्र में पढ़ाई छोड़ के, अपने वालिद की वफ़ात के बाद पढ़ाई छोड़ के वो बच्चा काम पे चला जाता है कि मैंने अपनी वालिदा का सहारा बनना है। उस बच्चे को उसी के दोस्तों ने बड़ी बेदर्दी के साथ कत्ल किया और उसके जिस्म के अज़ा तक काट दिए। उसका गला काटा, उसके कान काटे और उसके नफ्स तक काट दिया। मेरे साथ उनकी वालिदा मौजूद हैं, जो उनका गम से जो निडाल हैं। मैं उनसे जानना चाहूँगा कि किस तरह उसको घर से बुलाया गया, या किसी के साथ उसकी कोई दुश्मनी तो नहीं। आइए उनसे उनकी वजह जानते हैं। अस्सलाम वालेकुम। ਤੁਸੀਂ ਹੌਸਲਾ ਕਰੋ, ਸਾਡੀ ਪੂਰੀ ਟੀਮ ਤੁਹਾਡੇ ਨਾਲ ਹੈ। ਇਨਸ਼ਾਅੱਲਾ ਅੱਲਾ ਦੇ ਘਰ ਦੇ ਉਮੀਦ ਹੈ ਕਿ ਅਸੀਂ ਤੁਹਾਨੂੰ ਇਨਸਾਫ ਵੀ ਦਿਲਾਵਾਂਗੇ ਔਰ ਉਹਨਾਂ ਨਾਲ ਵੀ ਉਹਨਾਂ ਮੁਲਜ਼ਮਾਨ ਨੂੰ ਜਿਹੜਾ ਹੈ ਨਾ ਕੈਫਰੇ ਕਿਰਦਾਰ ਤੱਕ ਪਹੁੰਚਾਵਾਂਗੇ। ਤੁਸੀਂ ਬੇਫਿਕਰ ਰਹੋ। ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਉਹ ਘਰ ਬੱਚਾ ਸੀ, ਉਹ ਕਿਸ ਤਰ੍ਹਾਂ ਉਹਨੂੰ ਬੁਲਾ ਕੇ ਖੜਿਆ ਗਿਆ? ਕੀ ਕੋਈ ਦੁਸ਼ਮਣੀ ਸੀ ਉਹਦੀ ਕਿਸੇ ਨਾਲ? ਦੁਸ਼ਮਣੀ ਕੋਈ ਕਿਸੇ ਦੇ ਨਾਲ ਨਹੀਂ ਸੀ। ਉਹ ਕੰਮ ਤੇ ਗਿਆ ਦਾ ਸੀ, ਕੰਮ ਤੋਂ ਘਰ ਆਇਆ ਸੀ। ਘਰ ਆ ਕੇ ਤੇ ਇਹ ਬੈਠਾ ਹੀ ਕੋਈ ਅੱਧਾ ਘੰਟਾ ਹੋ ਗਿਆ ਉਹਨੂੰ ਆਇਆ। ਮੈਂ ਬਾਹਰ ਚਲੀ ਗਈ ਹਾਂ ਤੇ ਘਰ ਮੇਰੀ ਬੇਟੀ ਸੀ ਛੋਟੀ, ਉਹਨੂੰ ਫੋਨ ਆਇਆ ਮੇਰੇ ਬੇਟੇ ਨੂੰ। ਉਹਦੇ ਦੋਸਤਾਂ ਦੇ, ਗਲੀ ਦੇ ਦੋਸਤਾਂ ਨੇ ਫੋਨ ਕੀਤਾ ਕਿ ਬਾਹਰ ਆ ਕੇ ਤੇ ਸਾਡੀ ਗੱਲ ਸੁਣ ਜਾ। ਉਹਦੀ ਗੱਲ ਸੁਣਨ ਗਏ ਨੇ। ਫਿਰ ਉਹਨੂੰ ਕਹਿੰਦੇ ਨੇ ਤੂੰ ਆਪਣੀ ਗੱਡੀ ਵੀ ਘਰੋਂ ਲੈ ਕੇ ਆ। ਉਹ ਖਾਲੀ ਆ ਗੱਲ ਸੁਣਨ ਗਿਆ ਤੇ ਉਹਨੂੰ ਫਿਰ ਕਹਿੰਦੇ ਨੇ ਗੱਡੀ ਲੈ ਕੇ ਤੇ ਫਿਰ ਆ। ਉਹ ਗੱਡੀ ਵਾਪਸ ਲੈਣ ਆਇਆ ਘਰੋਂ ਤੇ ਉਹਨੇ ਕਿਹਾ, ਭੈਣ ਨੂੰ ਕਿਹਾ ਦਰਵਾਜ਼ਾ ਬੰਦ ਕਰ ਲੈ, ਮੈਂ 10 ਮਿੰਟ 'ਚ ਆਪਣੇ ਦੋਸਤਾਂ ਦੀ ਗੱਲ ਸੁਣ ਕੇ ਤੇ ਆਉਣ ਲੱਗਾ ਵਾਂ। ਬਸ ਉਸ ਤੋਂ ਬਾਅਦ ਉਹਨਾਂ ਦੋਸਤਾਂ ਨੇ ਉਹਨੂੰ ਘਰ ਨਹੀਂ ਆਉਣ ਦਿੱਤਾ। ਪਤਾ ਨਹੀਂ ਕੀ ਕੀ ਉਹਦੇ ਨਾਲ ਜ਼ੁਲਮ ਜ਼ਿਆਦਤੀਆਂ ਕੀਤੀਆਂ ਨੇ। ਉਸ ਤੋਂ ਬਾਅਦ ਫਿਰ ਮੈਂ ਉਹਨੂੰ ਫੋਨ ਕਰਦੀ ਰਹੀ ਹਾਂ, ਮੈਂ ਘਰ ਆ ਕੇ ਉਹਨੂੰ ਫੋਨ ਬੜੇ ਕੀਤੇ ਨੇ। ਇੱਕ ਮੇਰਾ ਬੱਚਾ ਘਰ ਨਹੀਂ, ਪਤਾ ਨਹੀਂ ਕਿੱਥੇ ਵੇ, ਉਹਦਾ ਨੰਬਰ ਬੰਦ ਹੋ ਗਿਆ ਪੱਕਾ। ਜਦੋਂ ਨੰਬਰ ਬੰਦ ਹੋ ਗਿਆ ਫਿਰ ਮੈਂ ਆਪਣੇ ਭਾਈਆਂ ਨੂੰ ਫੋਨ ਕੀਤਾ, ਚਾਚਿਆਂ ਤਾਇਆਂ ਉਹਦਿਆਂ ਸਭ ਨੂੰ ਫੋਨ ਕੀਤਾ, ਘਰ ਆਓ ਮੇਰਾ ਬੱਚਾ ਨਹੀਂ ਮਿਲਦਾ ਪਿਆ। ਬਸ 10 ਮਿੰਟ ਲਈ ਕਹਿ ਕੇ ਗਲੀ 'ਚ ਬਸ ਗੱਲ ਸੁਣਨ ਗਿਆ। ਸਭ ਆ ਗਏ ਨੇ ਘਰ, ਸਭ ਨੇ ਬੜੀ ਦੌੜਾ ਭੱਜੀ ਕੀਤੀ ਹੈ। ਗਲੀਆਂ 'ਚ ਪੁੱਛਿਆ, ਇਹ ਸਾਡੇ ਘਰ ਗਲੀ 'ਚ ਜਿਹੜਾ ਘਰ ਏ ਉਹਨਾਂ ਦਾ ਬੱਚਾ ਸੀ, ਬਹੁਤ ਜ਼ਾਲਮ ਜ਼ਦੀਦ। ਉਹਨਾਂ ਦੇ ਘਰ ਵੀ ਜਾ ਕੇ ਦਰਵਾਜ਼ਾ ਖੜਕਾਇਆ ਗਿਆ, ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਹਨੇ ਕਤਲ ਕੀਤਾ ਹੈ ਉਹ ਇੱਥੇ ਨਾਲ ਹੀ? ਹਾਂਜੀ, ਇਸ ਗਲੀ ਦਾ ਹੀ ਹੈ। ਉਹਨੇ ਦਰਵਾਜ਼ਾ ਉਹਨਾਂ ਨੇ ਨਹੀਂ ਖੋਲ੍ਹਿਆ, ਬੜਾ ਹੀ ਖੜਕਾਇਆ ਮੇਰੇ ਭਾਈਆਂ ਨੇ, ਚਾਚਿਆਂ ਤਾਇਆਂ ਨੇ, ਸਭ ਨੇ। ਇੰਨੇ ਕੁ ਜ਼ਾਲਮ ਲੋਕ ਨੇ, ਉਹਨਾਂ ਨੂੰ ਤੜਪ ਵੀ ਨਹੀਂ ਮੇਰੀ ਨਜ਼ਰ ਆਈ ਕਿ ਇੱਕ ਵਾਰੀ ਬਾਹਰ ਨਿਕਲ ਕੇ ਪੁੱਛ ਹੀ ਲੈਂਦੇ। ਉਹਨਾਂ ਨੇ ਅੰਦਰੋਂ ਹੀ ਆਵਾਜ਼ ਦਿੱਤੀ ਹੈ ਕਿ ਸਾਡਾ ਬੱਚਾ ਸੁੱਤਾ ਹੈ, ਉਹਨੇ ਬਾਹਰ ਨਹੀਂ ਆਉਣਾ। ਉਦੋਂ ਤੱਕ ਉਹਨੂੰ ਮਾਰ ਕੇ ਕਤਲ ਕਰਕੇ ਘਰ ਆ ਚੁੱਕਿਆ ਸੀ ਤੇ ਉਹ ਛੁਪਾਉਂਦੇ ਸਨ ਪਏ ਹੁਣ। ਉਹਨਾਂ ਦੇ ਘਰ ਉਹਨੇ ਘਰ ਆ ਕੇ ਦੱਸਿਆ? ਉਹਨੇ ਦੱਸਿਆ ਤੇ ਉਹਦੇ ਮਾਂ ਬਾਪ ਨੇ ਦਰਵਾਜ਼ਾ ਨਹੀਂ ਨਾ ਖੋਲ੍ਹਿਆ। ਉਹਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਮਾਂ ਉਲਟਾ ਆ ਕੇ ਕਹਿੰਦੀ ਹੈ ਮੇਰੇ ਬੱਚੇ ਨੂੰ ਤੇ ਕੁਝ ਪਤਾ ਹੀ ਨਹੀਂ ਸੀ, ਮੇਰੇ ਬੱਚੇ ਨੇ ਤੇ ਕੁਝ ਕੀਤਾ ਹੀ ਨਹੀਂ, ਮੇਰੇ ਬੱਚੇ ਨੇ ਖੜਿਆ ਵੀ ਨਹੀਂ। ਤੋ ਕੈਮਰੇ 'ਚ ਸਾਰਾ ਜ਼ਾਹਰ ਹੋ ਗਿਆ, ਜਿੰਨੇ ਉਹ ਦੇਖਿਆ ਸਭ ਨੇ ਦੱਸਿਆ ਕਿ ਇਹ ਹੀ ਬੱਚਾ ਸੀ ਜਿਹੜਾ ਘਰੋਂ ਲੈ ਕੇ ਗਿਆ। ਜ਼ਾਹਿਰ ਹੈ ਉਹ ਪੁਲਿਸ ਦੀ ਤਫਤੀਸ਼ ਤੋਂ ਬਾਅਦ ਪੁਲਿਸ ਨੇ ਬਹੁਤ ਅੱਛੀ ਕਾਰਗਰਦਗੀ ਕੀਤੀ, ਉਹ ਤਫਤੀਸ਼ ਤੋਂ ਬਾਅਦ ਉਹ ਮੰਨ ਵੀ ਗਏ ਨੇ ਕਿ ਅਸੀਂ ਕੀਤਾ ਹੈ। ਹਾਂਜੀ। ਤੇ ਉਹਦੀ ਕੋਈ ਦੁਸ਼ਮਣੀ ਕੀ ਵਜ੍ਹਾ ਬਣੀ, ਕਿਉਂ ਲੈ ਕੇ ਗਏ ਉਹਨੂੰ ਕਿ ਜਾਂਦਿਆਂ ਸਾਰੀਆਂ ਇੰਨੀ ਬੇਦਰਦੀ ਨਾਲ ਕਤਲ ਕੀਤਾ ਉਹਨੂੰ? ਉਹ ਦੁਸ਼ਮਣੀ ਉਹਨਾਂ ਦੀ ਅਗਰ ਹੁੰਦੀ ਤੇ ਉਹ ਮੇਰੇ ਬੱਚੇ ਨੇ ਜਾਣਾ ਨਹੀਂ ਸੀ। ਬਸ ਵਿਹੜੇ ਮਹੱਲੇ ਦੇ ਬੱਚੇ ਸਨ, ਉਹਨਾਂ ਨੇ ਕਿਹਾ ਕਿ ਆ ਕੇ ਮੇਰੀ ਗੱਲ ਸੁਣ ਜਾ। ਅੱਗੋਂ ਮੈਨੂੰ ਨਹੀਂ ਪਤਾ ਕਿਹੜੀ ਦੁਸ਼ਮਣੀ ਉਹਨਾਂ ਨੇ ਲਈ ਏ, ਕੀ ਕੀਤਾ ਏ ਉਹਦੇ ਨਾਲ। ਬਸ ਮੈਨੂੰ ਜਿਸ ਤਰ੍ਹਾਂ ਮੇਰੇ ਬੱਚੇ ਨੂੰ ਤੁਸੀਂ ਖੁਦ ਜਾਣਦੇ ਹੋ, ਮੈਂ ਤੇ ਇਹ ਗੱਲਾਂ ਸੁਣ ਵੀ ਨਹੀਂ ਸਕਦੀ ਆਪਣੇ ਬੱਚੇ ਦੇ ਖਿਲਾਫ ਜੋ ਤੁਸੀਂ ਮੈਨੂੰ ਸੁਣਾਉਣ ਦੇ ਦਿਓ। ਬਸ ਮੇਰਾ ਇਨਸਾਫ ਇਹੋ ਹੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਮੇਰੇ ਬੱਚੇ ਨਾਲ ਕੀਤਾ ਹੈ, ਮੈਂ ਵੀ ਉਹਨਾਂ ਨਾਲ ਵੇਖਾਂ। ਤੁਸੀਂ ਆਲਾ ਹੁਕਾਮ ਨੂੰ ਕੀ ਕਹਿਣਾ ਚਾਹੋਗੇ? ਮੇਰਾ ਸਿਰਫ ਇਨਸਾਫ ਕੀਤਾ ਜਾਏ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਮੇਰੇ ਮਾਸੂਮ ਬੱਚਾ ਸੀ, ਉਹਦੇ ਸਿਰ ਤੇ ਪਿਓ ਵੀ ਨਹੀਂ ਸੀ, ਮੇਰੀ ਜ਼ਿੰਦਗੀ ਦਾ ਆਸਰਾ ਉਹਨਾਂ ਨੇ ਖੋਹ ਲਿਆ ਤੇ ਮੈਂ ਉਹਨਾਂ ਨੂੰ ਉਸ ਤਰ੍ਹਾਂ ਹੀ ਤੜਪਦਿਆਂ ਵੇਖਾਂ ਜਿਸ ਤਰ੍ਹਾਂ ਮੈਂ ਤੜਪਨੀ ਹਾਂ। ਤੁਸੀਂ ਇਨਸ਼ਾਅੱਲਾ ਤਾਲਾ ਉਹ ਰੱਬ ਦੀ ਜ਼ਾਤ ਉੱਪਰ ਬੈਠੀ ਦੀ ਏ, ਉਹ ਇਨਸਾਫ ਕਰੇਗੀ ਜ਼ਰੂਰ। ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਹੌਸਲਾ ਕਰੋ ਤੇ ਇਨਸ਼ਾਅੱਲਾ ਤਾਲਾ ਤੁਸੀਂ ਜਿੱਥੇ ਸਾਨੂੰ ਆਵਾਜ਼ ਦਿਓਗੇ ਅਸੀਂ ਤੁਹਾਡੇ ਕੋਲ ਹਾਜ਼ਰ ਹੋਵਾਂਗੇ। जी नाज़रीन, ये एक वालिदा थी जो कि दुहाइयाँ दे रही थी, जिसका एक इकलौता सहारा छीन लिया उन जालिमों ने। और मेरे साथ उनके मामू मौजूद हैं, आइए उनसे जानते हैं कि पुलिस की जो है वो उनके साथ कैसा रवैया है। जी अस्सलाम वालेकुम। वालेकुम सलाम। जी सर क्या नाम है आपका? साजिद। साजिद साहब बताइएगा कि पुलिस का कैसा रवैया है? पुलिस ने FIR दी? जी FIR उन्होंने दी है, लेकिन साडे नाल बड़ा अच्छा तावन उन्होंने किया है। सानू किसी किस्म की उन्होंने टेंशन नहीं आन दी, कोई मसला मसाइल साढ़े वास्ते जितों तक अक्सी साडा जाना बनता सी, लेकिन वो खुद चल के साडे कोल आए सन ते साडे नाल तावन उन्होंने अच्छा ही किया है। ਤੇ ਉਸ ਤੋਂ ਬਾਅਦ ਤੁਹਾਨੂੰ ਕਿਸ ਟਾਈਮ ਪਤਾ ਚੱਲਿਆ ਕਿ ਮੇਰੇ ਭਾਂਜਾ ਜਿਹੜਾ ਹੈ ਉਹਨੂੰ ਕਿਸ ਤਰ੍ਹਾਂ ਤੁਸੀਂ ਉਹਨੂੰ ਲੱਭਦੇ ਤੇ ਗਏ ਹੋ? ਕੀ ਮਾਮਲਾ ਬਣਿਆ, ਜਰਾ ਡਿਟੇਲ ਨਾਲ ਦੱਸਿਓ। ਅਸੀਂ ਤਕਰੀਬਨ 11 ਵਜੇ ਨਾਲ ਮੈਨੂੰ ਪਤਾ ਲੱਗਾ ਵੇ, 11 ਵਜੇ ਦੇ ਨਾਲ ਮੈਨੂੰ ਪਤਾ ਲੱਗਾ। ਫਿਰ ਅਸੀਂ ਇੱਧਰ ਆਏ ਆ, ਸਾਰੇ ਕਜ਼ਨ ਚਾਚੇ ਤਾਏ ਸਭ ਇਕੱਠੇ ਹੋਏ ਨੇ ਤੇ ਥਾਣਿਆਂ 'ਚ ਵੀ ਪਤਾ ਕੀਤਾ ਵੇ। ਸ਼ਾਇਦ ਅੱਜ ਕੱਲ੍ਹ ਜਿਹੜਾ ਨਾ ਹੈਲਮਟ ਦਾ ਤੇ ਲਾਇਸੈਂਸ ਦਾ ਬੜਾ ਮਸਲਾ ਬਣਿਆ ਨਾ, ਸ਼ਾਇਦ ਇੰਜ ਨਾ ਫੜ ਲਿਆ ਹੈ, ਫਿਰ ਕੋਈ ਹਾਦਸਾ ਨਾ ਹੋ ਗਿਆ ਹੋਏ। ਅਸੀਂ ਫਿਰ ਗਏ ਆ ਤੇ ਹੌਸਪੀਟਲਾਂ ਦੇ ਵਿੱਚ ਤੇ ਨਹੀਂ ਪਤਾ ਚੱਲਿਆ ਸਾਨੂੰ। ਫਿਰ ਸੁਬਾਹ ਇੱਥੇ ਸਾਰੇ ਆਏ ਆ। ਵੈਸੇ ਹੀ ਸਾਡੇ ਇੱਕ ਬੰਦੇ ਨੇ ਗੱਲ ਕੀਤੀ ਹੈ ਕਿ ਚਲੋ ਜੀ ਇੱਧਰ ਸਾਹਮਣੇ ਹੈ ਕਿ ਉੱਥੇ ਚੱਲੀਏ। ਯਾਨੀ ਕਿ ਸਾਰੀ ਰਾਤ ਨਹੀਂ ਲੱਭਾ? ਸਾਰੀ ਰਾਤ ਨਹੀਂ ਮਿਲਿਆ। ਵੈਸੇ ਹੀ ਅਸੀਂ ਤੁੱਕਾ ਲਾਇਆ ਵੇ, 2 3 4 ਮੋਟਰਸਾਈਕਲਾਂ ਲਈਆਂ ਨੇ, ਅਸੀਂ ਚਲੇ ਗਏ ਹਾਂ। ਉੱਥੇ ਜਾ ਕੇ ਫਿਰਦੇ ਫਿਰਦੇ ਫਿਰ ਸਾਨੂੰ ਮੋਟਰਸਾਈਕਲ ਉੱਥੋਂ ਮਿਲੀ ਹੈ। ਫਿਰ ਅਸੀਂ ਫੋਨ ਕੀਤਾ, ਫਿਰ ਪੁਲਿਸ ਆਈ ਹੈ, ਫਿਰ ਉੱਥੋਂ ਫਿਰ ਮੋਟਰਸਾਈਕਲ ਲੈ ਕੇ ਤੇ ਅਸੀਂ ਵਾਪਸ ਆ ਗਏ ਹਾਂ। ਉੱਥੇ ਬੜਾ ਪੁਲਿਸ ਨੇ ਕੋਸ਼ਿਸ਼ ਕੀਤੀ ਇੱਧਰ ਨੂੰ ਉੱਧਰ ਨੂੰ ਤੇ ਲੇਕਿਨ ਉੱਥੋਂ ਸਾਨੂੰ ਨਹੀਂ, ਤਕਰੀਬਨ 1 ਕਿਲੋਮੀਟਰ ਉਹਨਾਂ ਨੇ ਦੂਰ ਜਾ ਕੇ ਨਾ ਤੇ ਸਮੀਰ ਨੂੰ ਸੁੱਟਿਆ ਸੀ, ਲੇਕਿਨ ਮੋਟਰਸਾਈਕਲ ਤੋਂ। ਠੀਕ ਹੈ। ਫਿਰ ਅਸੀਂ ਆ ਗਏ ਵਾਪਸ। ਫਿਰ ਅਸੀਂ ਹਿੰਮਤ ਕੀਤੀ ਹੈ, ਕਿਸੇ ਨੇ ਫਿਰ ਕਿਹਾ ਇੱਧਰ ਨੂੰ ਨਹੀਂ, ਹੁਣ ਇੱਧਰ ਨੂੰ ਚਲੋ। ਫਿਰ ਅਸੀਂ ਉੱਧਰ ਨੂੰ ਗਏ ਤੇ ਅੱਗੇ ਜਾ ਕੇ ਸਾਨੂੰ ਇਹਦੀ ਜਿਹੜੀ ਇਹਨਾਂ ਲਾਸ਼ ਮਿਲੀ है। जी नाज़रीन, ये थे उनके मकतूल के लवाहिकीन, जिनका कहना ये था कि सिर्फ उसके दोस्त उसको घर से बुला के लेके जाते हैं और उसको बड़ी बेदर्दी के साथ कत्ल कर देते हैं। उसकी माँ इतनी नढाल है गम से, ज़ाहिर है जिसका एक लौता सहारा छीन लिया गया हो और इतना जुल्म किया हो, और उसके बाद तो बोलने का तो जवाज़ ही कोई नहीं, अल्फाज ही कोई नहीं उस माँ के पास। और मैं नाज़रीन आपको वो जाए वकूआ पर भी लेके जाऊँगा, उस जाए वकूआ पे जाऊँगा जहाँ पे उस बच्चे को कत्ल करके फेंका गया, और हमारे साथ ही रहिएगा। ये वो जगह है, मैं इस टाइम जिस जगह पे मौजूद हूँ, इस जगह पे जो समीर नामी बच्चा जिसकी उम्र तकरीबन 16-17 साल थी,
اس کی ڈیڈ باڈی یہاں پہ ملی. یہ جو لواحقین یہ اس کے چچا ہیں جو کہ ان کو ڈھونڈتے ساری رات انہوں نے ڈھونڈا لیکن ان کو ساری رات پہ کوئی نہیں ملی. یہاں سے چند قدم کے فاصلے پر اس کی بائک ملی اور اس کے بعد وہ ڈھونڈتے ڈھونڈتے یہاں پہ اگر اس جگہ پہ پہنچے جیسا کہ آپ یہ دیکھ سکتے ہیں کہ یہ سارا یہاں پہ اس کو قتل کیا گیا اور اس کے بعد اس کی ڈیڈ باڈی کو یہاں پہ اس جگہ پہ نیچے پھینک دیا گیا. اور اس کے علاوہ اگر ان سے ان کے چچا سے پوچھتے ہیں کہ کس طرح وہ یہاں تک پہنچے اور کس طرح ان کو یہ ڈیڈ باڈی ملی. جی السلام علیکم. وعلیکم السلام جی. جی کی نام ہے ਤੁਹਾਡਾ؟ محمد خالد. ਖਾਲਦ ਸਾਹਿਬ ਇਹ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਤੁਹਾਡੇ ਭਤੀਜੇ ਜੀ ਡੈੱਡ ਬੋਡੀ ਇੱਥੇ ਮਿਲੀ, ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇਸ ਵਕੂਆ ਤੱਕ ਇੱਥੇ ਪਹੁੰਚੇ? ਮੈਂ ਜੋ ਉੱਥੋਂ ਆਇਆ ਨਾ ਗੱਡੀ ਉੱਥੋਂ ਲੱਭੀ ਆ ਚੰਦ ਕਦਮ ਦੇ ਕੋਲ ਨੂੰ ਗੱਡੀ ਲੱਭੀ ਹੈ. ਉੱਥੋਂ ਮੈਂ ਇੱਧਰ ਢੂੰਡਣ ਇੱਥੇ ਆ ਗਏ ਆ. ਇੱਥੇ ਆ ਕੇ ਤੇ ਫਿਰ ਇੱਥੇ ਪਹਿਲਾਂ ਹੁਣ ਵੇਖਿਆ, ਪਹਿਲਾਂ ਟੋਪੀ ਵੇਖੀ ਹੈ, ਫਿਰ ਹੁਣ ਵੇਖਿਆ, ਹੁਣ ਵੇਖ ਕੇ ਤੇ ਨਾਲ ਹੀ ਫਿਰ ਇੱਧਰ ਡੈੱਡ ਬਾਡੀ ਪਈ ਹੋਈ. ਇਸ ਜਗ੍ਹਾ ਤੇ ਡੈੱਡ ਬੋਡੀ ਪਈ ਦੀ ਸੀ ਤੇ ਉਸ ਤੋਂ ਬਾਅਦ ਤੁਸੀਂ ਉਸ ਅਗਲਾ ਲਾਇਆ ਅਮਲ ਉਹਦਾ ਕੀ ਕੀਤਾ? ਉਹਦੇ ਬਾਅਦ ਭਤਰੀਏ ਨੇ ਕਾਲ ਕੀਤੀ ਹੈ ਪੁਲਿਸ ਵਾਲਿਆਂ ਨੇ ਤੇ ਪੁਲਿਸ ਵਾਲੇ ਆ ਗਏ ਨੇ. ਠੀਕ ਹੋ ਗਿਆ. ਤੇ ਇਹ ਜਦੋਂ ਤੁਹਾਨੂੰ ਇੱਥੇ ਡੈੱਡ ਬੋਡੀ ਮਿਲੀ ਉਹਦੀ ਕੀ ਹਾਲਤ ਸੀ, ਜ਼ਰਾ ਸਾਨੂੰ ਬਿਆਨ ਕਰਿਓ ਕਿ ਕਿਸ ਤਰ੍ਹਾਂ ਉਹਨੂੰ ਜ਼ਿਬਾ ਕੀਤਾ ਗਿਆ ਸੀ? ਪਹਿਲਾਂ 60 ਵਜੇ ਸੀ ਤੇ ਦਿਮਾਗ 'ਚ ਕਹਿੰਦੇ 60 ਵਜੇ ਦਿਮਾਗ 'ਚ ਕਹਿੰਦੇ 60 ਵਜੇ ਫਿਰ ਇੱਥੇ ਇਹ ਪਾਸਾ ਹੈ ਹੀ ਨਹੀਂ ਸੀ, ਆ ਅੰਦਰਲਾ ਪਾਸਾ ਮੱਖੀ 'ਚ ਵਾਹ ਕੁਝ ਲੱਥਾ ਲੁੱਥਾ ਸੀ ਇਹ ਉਹ ਵਗੈਰਾ ਨੋਚਿਆ ਗਿਆ ਸੀ. ਕਿਸੇ ਜਾਨਵਰ ਨੇ ਕਿ ਉਹਨਾਂ ਨੇ ਕੀਤਾ ਸੀ? ਉਹਨਾਂ ਵੀ ਕਿਤੇ ਕੀਤਾ ਜੀ, ਕੰਨ ਵੀ ਦੋਵੇਂ ਘੱਟ ਛੜੇ ਸੀ ਤੇ ਵਗੈਰਾ ਜ਼ੁਬਾਨ ਨੱਕ. ਪਰ ਉਹ ਜਦੋਂ ਆਏ ਆ ਇੱਥੇ ਇੱਕ ਨਿਓਲਾ ਸੀ ਤੇ ਛੋਟਾ ਜਿਹਾ ਕੁੱਤਾ ਸੀ ਇੱਥੇ. ਯਾਨੀ ਕਿ ਉਹਦੀ ਡੈੱਡ ਬਾਡੀ ਤੇ ਜਾਨਵਰ ਨਿਓਲਾ ਵੀ ਤੇ ਕੁੱਤਾ ਵੀ ਜਿਹੜਾ ਹੈ ਉਹ ਉੱਥੇ ਉਹਨੂੰ ਖਾ ਰਹੇ ਸਨ. ਮੌਜੂਦ ਸੀ. ਆ ਠੀਕ ਹੈ. ਮੈਂ ਸੁਣਨ ਚ ਇਹ ਵੀ ਆਇਆ ਕਿ ਉਹਦਾ ਨਫਸ ਤੱਕ ਕੱਟ ਦਿੱਤਾ ਗਿਆ ਸੀ. ਹਾਂਜੀ ਕੱਟ ਛੜੇ ਨਫਸ. ਕੀ ਐਸੀ ਦੁਸ਼ਮਣੀ ਸੀ ਕਿ ਜਿਸ ਵਜ੍ਹਾ ਨਾਲ ਉਹਦੀ ਇਹ ਹਾਲਤ ਕੀਤੀ ਗਈ? ਦੁਸ਼ਮਣ ਦੇ ਕੋਈ ਨਹੀਂ ਸੀ, ਅੱਛਾ ਬੱਚਾ ਸੀ, ਦੁਸ਼ਮਣੀ ਕੋਈ ਨਹੀਂ ਵਗੈਰਾ ਸਾਡੀ. जी नाज़रीन, देखा जैसा कि आपने कि ये जाए वकूआ भी हमने आपको दिखा दी. यहाँ से चंद कदम के फासले पर उसकी बाइक मिली और वहीं से ढूंढते ढूंढते अगर वो यहाँ पे पहुँचे तो यहाँ पे ब्लड देखा उन्होंने. पहले टोपी देखी उसकी, फिर उसके बाद ब्लड देखा. ब्लड के बाद फिर वो उन्होंने इधर उधर नज़र मारी और यहाँ पे उसकी डेड बॉडी मिली. और नाज़रीन, पुलिस की आला कारकर्दगी को मैं अप्रिशिएट करता हूँ कि उन्होंने बहुत ही जल्दी मुलजिमान को गिरफ़्तार भी कर लिया और उसके बाद मुलजिमान ने कबूल भी किया है कि हमने ही कत्ल किया सिर्फ एक मोबाइल की खातिर. कि एक मोबाइल वो दोस्त थे इसके और लेकिन वो लालच में आके मोबाइल की खातिर उन्होंने उस बच्चे को बड़ी बेदर्दी के साथ कत्ल कर दिया, उसके जो जिस्म के अज़ा तक काट दिए. नाज़रीन, मेरी हुकाम बाला चीफ मिनिस्टर साहब, प्राइम मिनिस्टर साहब और IG पंजाब साहब से गुजारिश है कि इनको इंसाफ दिया जाए, इन मज़लूमों को इंसाफ दिया जाए. मैं तो हमेशा मज़लूमों के साथ ही खड़ा रहूँगा, मेरी टीम भी मज़लूमों के साथ खड़ी रहेगी और मैं तो उनसे गुजारिश ही करता रहूँगा कि इनका जो है जो भी जिस मज़लूम के साथ भी मैं ये वीडियो बनाता हूँ या जो ये स्टोरी करता हूँ तो आला हुकाम से मैं ज़रूर ये गुजारिश करता हूँ कि इन्हें इंसाफ दिया जाए ख़ुद नोटिस लेके. तो इसी के साथ ही सलमान मुग़ल को इजाज़त दीजिएगा. अल्लाह हाफिज़.